हेलो स्टूडेंट्स, वेलकम टू द यूट्यूब चैनल लर्न विद हरविंदर सर। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 12th ਜਨਰਲ ਇੰਗਲਿਸ਼ ਦਾ ਮਾਡਲ ਟੈਸਟ ਪੇਪਰ, ਜਿਸ ਦਾ ਅਰਥ ਹੈ ਸਿੰਪਲ ਪੇਪਰ ਤੁਹਾਡੇ ਸਤੰਬਰ 2023 ਦੇ ਐਗਜ਼ਾਮਸ ਦੇ ਲਈ। ਤੇ ਦੋਸਤੋ, ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼, ਇਸ ਤਰ੍ਹਾਂ ਦੇ ਹੋਰ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਆਓ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ 3 ਘੰਟੇ ਦਾ ਸਮਾਂ ਹੈ ਤੇ ਸੈਕਸ਼ਨ ਇਹ ਹੈਗਾ ਰੀਡਿੰਗ ਕੰਪਰੀਹੈਂਸ਼ਨ 16 ਅੰਕਾਂ ਦਾ। ਤੇ ਇੱਕ ਪਹਿਲਾ ਕੰਪਰੀਹੈਂਸ਼ਨ ਹੈਗਾ 10 ਨੰਬਰ ਦਾ ਤੇ ਆ ਬ੍ਰੇਨ ਡਰੇਨ ਨਾਲ ਸੰਬੰਧਿਤ ਹੈ ਤੇ ਆਪ ਸਾਰੇ ਵਿਦਿਆਰਥੀ ਇਸ ਨੂੰ ਪੌਜ਼ ਕਰਕੇ ਰੀਡ ਕਰ ਸਕਦੇ ਹੋ। ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਆ ਜਿਹੜਾ ਪੈਰਾਗ੍ਰਾਫ ਹੈ, ਪੈਸੇਜ ਹੈ, ਉਹ ਆ ਰਿਹਾ। ਤੇ ਕੁਐਸਚਨਸ ਦੇਖਦੇ ਹਾਂ ਜੀ। ਪਹਿਲਾਂ MCQ ਕੁਐਸਚਨ ਆਣਗੇ। ਦਾ ਟਰਮ ਬ੍ਰੇਨ ਡਰੇਨ ਇਜ਼ ਆਲਸੋ ਰੈਫਰਡ ਐਸ, ਤੇ ਇਸ ਦਾ ਆਨਸਰ ਹੈ ਹਿਊਮਨ ਕੈਪੀਟਲ ਫਲਾਈਟ। ਦੂਜਾ ਕੁਐਸਚਨ ਹੈ ਬ੍ਰੇਨ ਡਰੇਨ ਹੈਜ਼ ਟੈਰੀਬਲ ਕੌਨਸੀਕੁਐਂਸਿਸ ਔਨ ਦ ਇਕਨੋਮਿਕ ਡਿਵੈਲਪਮੈਂਟ ਆਫ ਸੈਂਡਿੰਗ ਕੰਟਰੀਜ਼। ਥਰਡ ਕੁਐਸਚਨ ਹੈ ਵਿਚ ਟਰਮ ਰੈਫਰਸ ਟੂ ਐਸ ਹਿਊਮਨ ਕੈਪੀਟਲ ਫਲਾਈਟ, ਤੇ ਇਸ ਦਾ ਆਨਸਰ ਹੈ ਬ੍ਰੇਨ ਡਰੇਨ। Next question है push factors include low wages, lack of satisfactory working conditions, both A and B and none of the above, ਤੇ ਇਸ ਦਾ ਉੱਤਰ ਹੈ both A and B। Next question है pull factors include, ਤੇ ਇਸ ਦਾ ਆਨਸਰ ਹੈ intellectual freedom। ਅਗਲਾ question brain drain has negative impact on, ਇਸ ਦਾ ਆਨਸਰ ਹੈ economic prospects। ਇਸ ਤੋਂ ਬਾਅਦ ਦੂਜੇ ਕੁਐਸਚਨਸ ਹੈਗੇ ਨੇ, ਜਿਸ ਤਰ੍ਹਾਂ ਕਿ ਵਟ ਡੂ ਯੂ ਮੀਨ ਬਾਈ ਦ ਟਰਮ ਬ੍ਰੇਨ ਡਰੇਨ, ਤੇ ਇਸ ਦਾ ਆਨਸਰ ਅਸੀਂ ਦੇ ਸਕਦੇ ਹਾਂ ਇਟ ਇਜ਼ ਅ ਨੇਮ ਗਿਵਨ ਟੂ ਦ ਐਕਟੀਵਿਟੀ ਆਫ ਸਕਿਲਡ ਪੀਪਲ ਆਫ ਅ ਕੰਟਰੀ ਮਾਈਗ੍ਰੇਟਿੰਗ ਟੂ ਅ ਫੋਰਨ ਕੰਟਰੀ ਫॉर ਬੈਟਰ ਪ੍ਰੋਸਪੈਕਟਸ। ਜਦੋਂ ਇੱਕ ਦੇਸ਼ ਦੇ ਲੋਕ ਦੂਜੇ ਦੇਸ਼ ਜਾਂਦੇ ਨੇ ਬੈਟਰ ਓਪਰਚੁਨਿਟੀਜ਼ ਲਈ, ਤਾਂ ਉਸ ਨੂੰ ਬ੍ਰੇਨ ਡਰੇਨ ਕਿਹਾ ਜਾਂਦਾ। ਇਸ ਤੋਂ ਬਾਅਦ ਐਨੂਮਰੇਟ ਦ ਪੁਸ਼ ਫੈਕਟਰਸ ਦੈਟ ਲੀਡ ਟੂ ਬ੍ਰੇਨ ਡਰੇਨ, ਕਿ ਬ੍ਰੇਨ ਡਰੇਨ ਦੇ ਪਿੱਛੇ ਕਿਹੜੇ ਪੁਸ਼ ਫੈਕਟਰਸ ਹਨ, ਤੇ ਇਸ ਦਾ ਆਨਸਰ ਹੈ ਲੋ ਵੇਜਿਸ ਐਂਡ ਲੈਕ ਆਫ ਸੈਟਿਸਫੈਕਟਰੀ ਵਰਕਿੰਗ ਕੰਡੀਸ਼ਨਸ। ਇਸ ਤੋਂ ਬਾਅਦ ਫਿਲ ਇਨ ਦ ਬਲੈਂਕ ਵਿਦ ਸੁਟੇਬਲ ਵਰਡ ਫਰਮ ਦ ਪੈਸੇਜ ਐਵਰੀ ਸਿਟੀਜ਼ਨ ਮਸਟ ਡੈਸ਼ ਫॉर ਡਿਵੈਲਪਮੈਂਟ ਆਫ ਨੇਸ਼ਨ ਹੋਲ ਹਾਰਟedly, ਤੇ ਇੱਥੇ ਅਸੀਂ ਲਿਖਣਾ ਕੰਟਰੀਬਿਊਟ। ਤੇ ਇਸ ਕੁਐਸਚਨ ਨੂੰ ਕਰਨ ਦੀ ਇਹ ਟ੍ਰਿਕ ਹੈ ਕਿ ਪਹਿਲਾਂ ਤੁਸੀਂ ਪੈਸੇਜ ਵਿੱਚ ਪੈਨਸਿਲ ਨਾਲ ਅੰਡਰਲਾਈਨ ਕਰ ਲਓ ਵੀ ਕਿਹੜੇ ਕਿਹੜੇ ਵਰਡਸ ਤੁਸੀਂ ਇੱਥੇ ਫਿਲ ਕਰ ਸਕਦੇ ਹੋ। ਫਿਰ ਤੁਸੀਂ ਇਹ ਦੇਖ ਸਕਦੇ ਹੋ ਕਿ ਬੈਸਟ ਸੂਟਡ ਵਰਡ ਕਿਹੜਾ, ਤੇ ਇੱਥੇ ਕੰਟਰੀਬਿਊਟ ਹੈ, ਤੇ ਇਸ ਕਰਕੇ ਅਸੀਂ ਇੱਥੇ ਕੰਟਰੀਬਿਊਟ ਹੈ ਉਹ ਲਿਖਿਆ। ਇਸ ਤੋਂ ਬਾਅਦ ਹੂ ਆਰ ਟੇਕਿੰਗ ਦੇਅਰ ਇਨਵੈਸਟਮੈਂਟਸ ਅਬਰੋਡ, ਤੇ ਇਸ ਦਾ ਆਨਸਰ ਹੈ ਐਂਟਰਪ੍ਰੀਨਰਸ। ਤੇ ਇਸ ਤੋਂ ਬਾਅਦ ਦੂਜਾ ਪੈਸੇਜ ਹੈ ਹੈਲਥ ਐਂਡ ਹਾਈਜੀਨ ਦੇ ਰਿਲੇਟਡ, ਤੇ ਇਹ ਪੈਸੇਜ ਵੀ ਆਪ ਸਾਰੇ ਵਿਦਿਆਰਥੀ ਰੀਡ ਕਰ ਸਕਦੇ ਹੋ। ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਆ ਰਿਹਾ, ਤੇ ਪੌਜ਼ ਕਰਕੇ ਆਪ ਸਾਰੇ ਵਿਦਿਆਰਥੀ ਇਸ ਨੂੰ ਰੀਡ ਹੈ ਉਹ ਕਰ ਸਕਦੇ ਹੋ। ਤੇ ਹੁਣ ਅਸੀਂ ਦੇਖਦੇ ਹਾਂ ਕੁਐਸਚਨਸ। ਹਾਈਜੀਨ ਰੈਫਰਸ ਟੂ ਪ੍ਰੈਕਟਿਸਿਸ ਦੈਟ ਲੀਡ ਟੂ ਗੁੱਡ ਹੈਲਥ ਥਰੂ, ਇਸ ਆਨਸਰ ਹੈ ਬੈਲੈਂਸਡ ਡਾਈਟ। ਨੈਕਸਟ ਕੁਐਸਚਨ ਹੈ ਲਾਈਫ ਵਿਲ ਬਿਕਮ ਵਰਥਲੈਸ ਥਰੂ ਗੈਂਬਲਿੰਗ ਐਂਡ ਡਰਿੰਕਿੰਗ। ਅਗਲਾ ਕੁਐਸਚਨ ਹੈ ਵਟ ਡਜ਼ ਦ ਟਰਮ ਹੈਲਥ refer to, this answer it refers to the state of sound mind and physical fit body free from any sickness or disorder। अगला क्वेश्चन है can a wealthy but unhealthy man enjoy life, this answer है no। इस तो बाद fill in the blank with the suitable word from the passage। the selection in army service is made purely on, this answer है health। इस तो बाद match the following with under column में with their antonyms under B, तो antonyms होंगे opposite, तो fresh the opposite हो गया stale, तो preserve the opposite हो गया destroy। ਇਸ ਤੋਂ ਬਾਅਦ ਹੈ ਗ੍ਰਾਮਰ, ਤੇ ਸਭ ਤੋਂ ਪਹਿਲਾਂ ਪ੍ਰੈਸੀ ਵਾਲਾ ਕੁਐਸਚਨ ਹੈ। ਤੇ ਪ੍ਰੈਸੀ ਵਾਲਾ ਕੁਐਸਚਨ ਆਪ ਸਾਰੇ ਵਿਦਿਆਰਥੀ ਆਪ ਹੀ ਲਿਖ ਸਕਦੇ ਹੋ ਆਪਣੇ ਅਕੋਰਡਿੰਗਲੀ, ਬਟ ਪ੍ਰੈਸੀ ਵਿੱਚ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਵਰਡ ਲਿਮਿਟ ਐਕਸੀਡ ਨਹੀਂ ਕਰਨੀ। ਤੇ ਜਦੋਂ ਤੁਸੀਂ ਪੈਸੇਜ ਬਣਾਓ ਤੇ ਐਂਡ ਵਿੱਚ ਲਿਖ ਦੇਣਾ ਵੀ ਤੁਸੀਂ ਇੰਨੇ ਪੈਸੇਜ ਦਾ ਜਿਹੜਾ ਪੈਰਾ ਹੈ ਜਾਂ ਪ੍ਰੈਸੀ ਉਹ ਬਣਾਈ ਹੈ, ਕਿਉਂਕਿ ਵਰਡ ਲਿਮਿਟ ਐਕਸੀਡ ਹੋ ਜਾਂਦੀ ਹੈ, ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਦੇ ਨੰਬਰ ਹੈ ਉਹ ਕੱਟਦੇ ਹਨ। ਤੇ ਉਸ ਤੋਂ ਬਾਅਦ ਲੈਟਰ ਇਮੈਜਿਨ ਯੂ ਆਰ ਹਿਮਾਲਿਆ ਰਾਈਟ ਅ ਲੈਟਰ ਟੂ ਡੈਪੂਟੀ ਕਮਿਸ਼ਨਰ ਆਫ ਯਰ ਸਟੇਟ ਮੇਕਿੰਗ ਆਊਟ ਅ ਕੇਸ ਫॉर ਓਪਨਿੰਗ ਆਫ ਅ ਨਿਊ ਡਿਸਪੈਂਸਰੀ ਇਨ ਯੂਅਰ ਏਰੀਆ। ਤੇ ਤੁਸੀਂ ਫਾਰਮੈਟ ਦੇਖ ਸਕਦੇ ਹੋ, ਪਹਿਲਾਂ ਆਪਣਾ ਐਡਰੈਸ, ਫਿਰ ਡੇਟ, ਫਿਰ ਜਿਹਨੂੰ ਤੁਸੀਂ ਲੈਟਰ ਲਿਖ ਰਹੇ ਹੋ, ਫਿਰ ਸਬਜੈਕਟ, ਫਿਰ ਸਰ, ਤੇ ਉਸ ਤੋਂ ਬਾਅਦ ਤੁਸੀਂ ਲੈਟਰ ਹੈ ਉਹ ਲਿਖ ਸਕਦੇ ਹੋ। ਤੇ ਉਸ ਤੋਂ ਬਾਅਦ ਐਂਡ ਵਿੱਚ ਯੂਅਰਸ ਫੇਥਫੁਲੀ। ਤੇ ਦੂਜੀ ਲੈਟਰ ਵੀ ਇਸ ਤਰ੍ਹਾਂ ਹੀ ਹੈ ਇਮੈਜਿਨ ਯੂ ਆਰ ਪਾਰਟਸ ਇਨ ਯੂ ਲਿਵ ਇਨ 11 ਮਾਡਲ ਟਾਊਨ ਮੋਗਾ ਰਾਈਟ ਅ ਲੈਟਰ ਟੂ ਦ ਕਮਿਸ਼ਨਰ ਆਫ ਯੂਅਰ ਮਿਊਨਿਸਪਲ ਕੋਆਪਰੇਸ਼ਨ ਕੰਪਲੇਨਿੰਗ ਅਬਾਊਟ ਦ ਇਨਸੈਂਟਰੀ ਕੰਡੀਸ਼ਨਸ ਇਨ ਯੂਅਰ ਲੋਕੈਲਿਟੀ। ਬਹੁਤ ਇਹ ਦੋਵੇਂ ਲੈਟਰਸ ਬਹੁਤ ਇੰਪੋਰਟੈਂਟ ਹਨ। ਤੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਤੁਸੀਂ ਇਸ ਨੂੰ ਸਟਾਰਟ ਕਰਨਾ ਲੈਟਰ ਨੂੰ, ਤੇ ਸੇਮ ਫਾਰਮੈਟ ਹੀ ਇੱਥੇ ਫੋਲੋ ਕੀਤਾ ਗਿਆ ਹੈ। ਇਸ ਤੋਂ ਬਾਅਦ ਨਿਊਜ਼ਪੇਪਰ ਹੈਡਲਾਈਨ ਐਕਸਪਲੇਨ ਦ ਫੋਲੋਇੰਗ ਨਿਊਜ਼ਪੇਪਰ ਹੈਡਲਾਈਨ ਇਨ 15-20 ਵਰਡਸ ਪੈਨਲ ਟੂ ਫਰੇਮ ਡੀਜ਼ਲ ਰੂਲਸ ਫॉर ਟਰੈਕਟਰਸ। ਤੇ ਨਿਊਜ਼ਪੇਪਰ ਹੈਡਲਾਈਨ ਦੀ ਇਹ ਟ੍ਰਿਕ ਹੈ ਕਿ ਤੁਸੀਂ ਆਪਣੇ ਵੱਲੋਂ ਕੋਈ ਸਟੋਰੀ ਇਮੈਜਿਨ ਕਰੋ ਤੇ ਉਸ ਨੂੰ 2-3 ਲਾਈਨਾਂ ਵਿੱਚ ਲਿਖ ਦਿਓ, ਤੇ ਵਰਡ ਲਿਮਿਟ ਵੀ ਤੁਹਾਡੀ ਕੰਪਲੀਟ ਹੋ ਜਾਏਗੀ। ਤੇ ਇਸ ਵਿੱਚ ਹੈ ਪੈਨਲ ਟੂ ਫਰੇਮ ਡੀਜ਼ਲ ਰੂਲਸ ਫॉर ਟਰੈਕਟਰਸ, ਤੇ ਇੱਥੇ ਤੁਸੀਂ ਲਿਖ ਸਕਦੇ ਹੋ ਦ ਆਇਲ ਮਿਨਿਸਟਰੀ ਹੈਜ਼ ਸੈਟ ਅਪ ਅ ਹਾਈ ਲੈਵਲ ਪੈਨਲ ਟੂ ਹੈਲਪ ਫਰੇਮ ਫਿਊਲ ਇਕਨੋਮੀ ਰੂਲਸ ਫॉर ਟਰੈਕਟਰਸ ਟੂ ਮੋਡਰੇਟ ਦੇਅਰ ਡੀਜ਼ਲ ਕੰਜ਼ਪਸ਼ਨ। ਇਟ constitutes almost 7.7% of India's annual diesel use। ਤੇ ਇਸ ਤਰ੍ਹਾਂ ਤੁਸੀਂ ਨਿਊਜ਼ਪੇਪਰ ਹੈਡਲਾਈਨਸ ਹੈ ਉਹ ਕਰ ਸਕਦੇ ਹੋ। ਜਾਂ ਈਮੇਲ ਰਾਈਟ ਅ ਈਮੇਲ ਟੂ ਯੂਰ ਇੰਪਲਾਇਰ ਥੈਂਕਿੰਗ ਫॉर ਦ ਇੰਟਰਵਿਊ। ਤੇ ਈਮੇਲ ਦਾ ਜਿਹੜਾ ਫਾਰਮੈਟ ਹੈ ਸਭ ਤੋਂ ਪਹਿਲਾਂ ਟੂ,
ਟੂ ਦੇ ਅੱਗੇ ਜਿਸ ਨੂੰ ਤੁਸੀਂ ਭੇਜ ਰਹੇ ਹੋ ਉਸ ਦਾ ਈਮੇਲ ਐਡਰੈਸ, ਉਸ ਤੋਂ ਬਾਅਦ ਡੇਟ ਫਾਰਮੈਟ ਤੁਸੀਂ ਦੇਖ ਸਕਦੇ ਹੋ, ਉਸ ਤੋਂ ਬਾਅਦ ਐਡ BCC ਤੇ ਇਸ ਨੂੰ ਤੁਸੀਂ ਖਾਲੀ ਛੱਡ ਦੇਣਾ। ਉਸ ਤੋਂ ਬਾਅਦ ਸਬਜੈਕਟ, ਫਿਰ ਸਰ, ਫਿਰ ਤੁਸੀਂ ਲਿਖ ਸਕਦੇ ਹੋ। ਤੇ ਇੱਥੇ ਅਸੀਂ ਬੁੱਕ ਵਾਲੀ ਸਕਰੀਨਸ਼ਾਟ ਐਡ ਕਰ ਦਿੱਤਾ ਇਸ ਦੇ ਆਨਸਰ ਵਿੱਚ। ਤੇ ਆਪ ਸਾਰੇ ਵਿਦਿਆਰਥੀ ਆਪਣੀ ਲੈਂਗੁਏਜ ਵਿੱਚ ਲਿਖ ਸਕਦੇ ਹੋ ਤੇ ਐਂਡ ਵਿੱਚ ਆਪਣਾ ਨਾਮ ਤੁਸੀਂ ਲਿਖ ਸਕਦੇ ਹੋ। ਇਸ ਤੋਂ ਬਾਅਦ ਹੈ ਟ੍ਰਾਂਸਲੇਸ਼ਨ, ਜਿਸ ਵਿੱਚ ਰਾਜੀਵ ਕਲਿੱਕਡ ਅ ਬਿਊਟੀਫੁਲ ਫੋਟੋਗ੍ਰਾਫ। ਤੇ ਇਸ ਦਾ ਹੋ ਜਾਏਗਾ ਪੰਜਾਬੀ ਵਿੱਚ ਰਾਜੀਵ ਨੇ ਬਹੁਤ ਸੁੰਦਰ ਤਸਵੀਰ ਖਿੱਚੀ। ਦ ਟੀਚਰ ਇਜ਼ ਮੋਟੀਵੇਟਿੰਗ ਅਸ ਟੂ ਡੂ ਗੁੱਡ ਡੀਡਸ। ਇਸ ਦਾ ਹੋ ਜਾਏਗਾ ਅਧਿਆਪਕ ਸਾਨੂੰ ਚੰਗੇ ਕੰਮ ਲਈ ਪ੍ਰੇਰਿਤ ਕਰ ਰਿਹਾ। ਮਾਈ ਫਾਦਰ ਵਿਲ ਪੇ ਆਫ ਮਾਈ ਡੈਟ। ਮੇਰੇ ਪਿਤਾ ਜੀ ਮੇਰਾ ਕਰਜ਼ਾ ਚੁਕਾਉਣਗੇ। ਇਸ ਤੋਂ ਬਾਅਦ ਟ੍ਰਾਂਸਲੇਟ ਇਨਟੂ ਇੰਗਲਿਸ਼, ਤੇ ਹਿੰਦੀ ਪੰਜਾਬੀ ਵਿੱਚ ਦਿੱਤਾ ਗਿਆ ਸੀ, ਉਸ ਦੀ ਇੰਗਲਿਸ਼ ਬਣਾਉਣੀ ਆ ਕਿ ਮਨਜੀਤ ਇਮਾਨਦਾਰ ਹੈ। ਇਜ਼ ਮਨਜੀਤ ਓਨੈਸਟ। ਮਹਿਮਾਨ ਰੋਟੀ ਘਰ ਹੀ ਖਾਣਗੇ। ਦ ਗੈਸਟ ਵਿਲ ਟੇਕ ਫੂਡ ਐਟ ਹੋਮ ਓਨਲੀ। ਜਿਸ ਤੋਂ ਬਾਅਦ ਹੈ ਕਿ ਤੁਸੀਂ ਅੱਜ ਬਿੱਲ ਬਣਾ ਲਵੋਗੇ। ਵਿਲ ਯੂ ਪ੍ਰੀਪੇਅਰ ਦ ਬਿੱਲ ਟੂਡੇ। ਇਸ ਤੋਂ ਬਾਅਦ ਡੂ ਐਜ਼ ਡਾਇਰੈਕਟਡ ਡਿਟਰਮੀਨਰਸ ਫਿਲ ਕਰਨੇ ਹਨ। ਤੇ ਇਸ ਵਿੱਚ ਸਭ ਤੋਂ ਪਹਿਲਾਂ ਹੀ ਆਲਵੇਜ਼ ਕੀਪਸ ਸਮ ਮਨੀ ਇਨ ਵਾਲਟ ਫॉर ਐਮਰਜੈਂਸੀਜ਼। ਆਈ ਗੈਟ ਅਪ ਅਰਲੀ ਇਨ ਦ ਮੋਰਨਿੰਗ। ਆਈ ਕਵਰਡ ਮਾਈ ਫੇਸ ਐਂਡ ਵੈਪਟ। ਤੇ ਇਸ ਵਿੱਚ ਫਿਲ ਅਪ ਸੀਗੇ ਤੇ ਉਸ ਨੂੰ ਅਸੀਂ ਡਿਟਰਮੀਨਰ ਨਾਲ ਫਿਲ ਕੀਤਾ। ਤੇ ਇਸ ਤੋਂ ਬਾਅਦ ਜੈਰੰਡ, ਹੀ ਇਜ਼ ਕ੍ਰੇਜ਼ੀ ਅਬਾਊਟ ਸਿੰਗ। ਤੇ ਇਸ ਦਾ ਹੋ ਜਾਏਗਾ ਸਿੰਗ ਦਾ ਹੋ ਜਾਏਗਾ ਸਿੰਗਿੰਗ, ING ਲੱਗ ਜਾਏਗਾ। ਤੇ ਉਸ ਤੋਂ ਬਾਅਦ ਇਨਫਿਨਿਟਿਵ, ਆਈ ਐਮ ਆਲਵੇਜ਼ ਰੈਡੀ ਟੂ ਲਰਨ ਨਿਊ ਥਿੰਗਸ। ਤੇ ਲਰਨ ਦੇ ਅੱਗੇ ਲੱਗ ਜਾਏਗਾ ਟੂ। ਇਸ ਤੋਂ ਬਾਅਦ ਰੀਰਾਈਟ ਦ ਗਿਵਨ ਸੈਂਟੈਂਸ ਆਫਟਰ ਰਿਮੂਵਿੰਗ ਟੂ। ਹੀ ਇਜ਼ ਟੂ ਹੈਪੀ ਟੂ ਟੈਲ। ਤੇ ਇਸ ਦਾ ਹੋ ਜਾਏਗਾ ਹੀ ਇਜ਼ ਸੋ ਹੈਪੀ ਡੈਟ ਹੀ ਕੈਨ ਨਾਟ ਟੈਲ। ਉਸ ਤੋਂ ਬਾਅਦ ਚੇਂਜ ਦ ਡਿਗਰੀ ਆਫ ਕੰਪੈਰੀਜ਼ਨ। ਬੁਲੇਟ ਟ੍ਰੇਨਸ ਰਨ ਫਾਸਟਰ ਦੈਨ ਮੇਲ ਟ੍ਰੇਨਸ। ਤੇ ਇਸ ਦਾ ਹੋ ਜਾਏਗਾ ਮੇਲ ਟ੍ਰੇਨਸ ਡੂ ਨਾਟ ਰਨ ਐਜ਼ ਫਾਸਟ ਐਜ਼ ਬੁਲੇਟ ਟ੍ਰੇਨਸ। ਉਸ ਤੋਂ ਬਾਅਦ ਚੇਂਜ ਦ ਵੋਇਸ। ਅਰਜੁਨ ਸੀਸ ਅ ਡੀਅਰ ਇਜ਼ ਸੀਨ ਬਾਈ ਅਰਜੁਨ। Had you taken tea? Had tea been taken by you? ਇਸ ਤੋਂ ਬਾਅਦ change the speech. He said to me, shall we ever meet again? He wondered if we would ever meet again. ਤੇ ਇਸ ਤੋਂ ਬਾਅਦ section C literature. According to Hassan, who were nerds? Objective question ਹੈਗੇ। According to Hassan, hard workers were nerds. Second question, name the writer of the chapter The March King. ਤੇ ਇਸ ਦਾ writer ਕੌਣ ਹੈ? Catherine Liddell Bakeless. ਇਸ ਤੋਂ ਬਾਅਦ the first requirement of civility is to acknowledge a service। true ਹੈ ਜਾਂ false ਹੈ? ਤੇ ਹੈ true ਹੈ। Nowadays, dash matches have become very popular in cricket. T20. What did Philip want to become when he was a child? Philip wanted to become a musician as a child. John Philip Sousa ਦੀ ਗੱਲ ਇੱਥੇ ਕੀਤੀ ਗਈ ਹੈ। Who was head girl in Miss Beam's school? ਤੇ Millie is the answer ਹੈ। Who was General's cook? Proher. Who was ordered to draw a report? Yeltring, the policeman. How many siblings did Polly have? ਤੇ Polly ਦੇ ਕਿੰਨੇ ਭੈਣ ਭਰਾ ਸਨ? 6. Name the author of the chapter Polly. K.A. Abbas. ਤੇ ਉਸ ਤੋਂ ਬਾਅਦ ਸਟੈਂਜ਼ਾ ਰਿਲੇਟਡ ਕੁਐਸਚਨ। ਪਹਿਲਾ ਸਟੈਂਜ਼ਾ ਪ੍ਰੇਅਰ ਆਫ ਦ ਵੁਡਸ ਵਿੱਚੋਂ। I am the beam that holds your house, the board of your table, the bed on which you lie, and the timber that built your boat. I am the handle of your hoe, the door of your homestead, the wood of your cradle, and the shell of your coffin. ਇਸ ਤੋਂ ਬਾਅਦ ਕੁਐਸਚਨ, name the poem and the poet. The poem is Prayer of the Woods and the poet is not known ਜਾਂ anonymous, ਕਿ ਸਾਨੂੰ ਇਸ ਦੇ poet ਦੇ ਬਾਰੇ ਪਤਾ ਨਹੀਂ ਹੈ। Second question ਹੈ, write down the line in the poem which explains that wood accompanies us from birth to death. ਤੇ ਕਿਹੜੀ ਲਾਈਨ ਤੋਂ ਪਤਾ ਚੱਲਦਾ? ਤੇ ਆਈ ਐਮ ਦ ਹੈਂਡਲ ਆਫ ਯਰ ਹੋ, ਦ ਡੋਰ ਆਫ ਯਰ ਹੋਮ ਸੈਟ, ਦ ਵੁੱਡ ਆਫ ਯਰ ਕ੍ਰੈਡਲ ਐਂਡ ਦ ਸ਼ੈਲ ਆਫ ਯਰ ਕੌਫਿਨ। ਤੇ ਵੁੱਡ ਆਫ ਦ ਕ੍ਰੈਡਲ ਤੋਂ ਬੱਚੇ ਦਾ ਜਦੋਂ ਭੰਗੂੜਾ ਹੁੰਦਾ ਤੇ ਉਸਦੀ ਵੁੱਡ ਵੀ ਲੱਕੜ ਹੀ ਹੈ। ਤੇ ਦ ਸ਼ੈਲ ਆਫ ਦ ਕੌਫਿਨ ਵੀ ਵੁੱਡ ਹੀ ਹੈ, ਲੱਕੜ ਹੀ ਹੈ। ਤੇ ਇਸ ਤੋਂ ਸਾਨੂੰ ਪਤਾ ਲੱਗਦਾ। ਹੂ ਇਜ਼ ਅ ਸਪੀਕਰ ਇਨ ਦ ਪੋਇਮ। ਤੇ ਦ ਵੁੱਡ ਔਰ ਦ ਟਰੀ। ਤੇ ਦੋਵੇਂ ਹੀ ਤੁਸੀਂ ਦੋਨਾਂ ਵਿੱਚੋਂ ਕੋਈ ਵੀ ਲਿਖ ਸਕਦੇ ਹੋ। ਇਸ ਤੋਂ ਬਾਅਦ ਹੈ ਵਟ ਇਜ਼ ਦ ਪ੍ਰੇਅਰ ਆਫ ਵੁੱਡਸ ਟੂ ਹਿਊਮਨ ਬੀਇੰਗਸ। ਤੇ ਕੀ ਪ੍ਰੇਅਰ ਕਰਦੇ ਨੇ ਵੁੱਡਸ ਹਿਊਮਨ ਬੀਇੰਗਸ ਤੋਂ? ਕਿ ਦ ਵੁੱਡਸ ਪ੍ਰੇ ਟੂ ਹਿਊਮਨ ਬੀਇੰਗਸ ਨਾਟ ਟੂ ਹਾਰਮ ਦੈਮ, ਕਿ ਸਾਨੂੰ ਨੁਕਸਾਨ ਨਾ ਪਹੁੰਚਾਓ। ਸੈਕਿੰਡ ਹੈ ਸਟੈਂਜ਼ਾ ਦ ਇਕੋਇੰਗ ਗ੍ਰੀਨ ਵਿੱਚੋਂ। ਟਿਲ ਦ ਲਿਟਲ ਵਨਸ ਵੀਅਰੀ ਨੋ ਮੋਰ ਕੈਨ ਬੀ ਮੈਰੀ, ਦ ਸਨ ਡਜ਼ ਡਿਸੈਂਡ ਐਂਡ ਅਰ ਸਪੋਰਟਸ ਹੈਵ ਐਨ ਐਂਡ ਰਾਊਂਡ ਦ ਲੈਪਸ ਆਫ ਦੇਅਰ ਮਦਰਸ, ਮੈਨੀ ਸਿਸਟਰਸ ਐਂਡ ਬ੍ਰਦਰਸ ਲਾਈਕ ਬਰਡਸ ਇਨ ਦੇਅਰ ਨੈਸਟ ਆਰ ਰੈਡੀ ਫॉर ਰੈਸਟ ਐਂਡ ਸਪੋਰਟ no more seen on the darkening green. The first question बहुत easy, name the poem and the poet. The poem हो गई Echoing Green, the Echoing Green poet हो गए William Blake. इस तो बाद है second question, what do the words weary, descend and rest suggest? They suggest that all the activities on Echoing Green are going to end. अगला question है, why has the Echoing Green become the darkening green? The answer है the sun has set and night had fallen, so the Echoing Green had become the darkening green. इस तो बाद है name the figure of speech used in the line. Many sisters and brothers like birds in their nest are ready for nest. ਤੇ ਜਦੋਂ like ਦਾ ਯੂਜ਼ ਹੋ ਜਾਂਦਾ ਜਾਂ as ਦਾ ਯੂਜ਼ ਹੋ ਜਾਂਦਾ ਤਾਂ ਫਿਗਰ ਆਫ ਸਪੀਚ ਹੁੰਦਾ ਹੈ simile. ਇਸ ਤੋਂ ਬਾਅਦ give the central idea of any one of the poems. ਤੇ on friendship ਜਾਂ once upon a time ਤੇ on friendship the central idea ਵਿੱਚ ਅਸੀਂ ਲਿਖ ਸਕਦੇ ਹਾਂ
The poem is written by Khalil Gibran. He tells us about friendship by praising its virtues and advantages. A friend is a God's gift. He stands by us through thick and thin. He can read our thoughts even if we do not express them. Joys become double and sorrows half when shared with a friend. ਤੇ ਜਿਸ ਦਾ ਮਤਲਬ ਹੈ ਕਿ ਜਿਹੜੇ ਪੋਇਟ ਨੇ ਖਲੀਲ ਜਿਬਰਾਨ ਨੂੰ ਫਰੈਂਡਸ਼ਿਪ ਦੇ ਫਾਇਦੇ ਦੱਸ ਕੇ ਉਸ ਨੂੰ ਪ੍ਰੇਜ਼ ਕਰਦੇ ਨੇ, ਉਸ ਦੀ ਪ੍ਰਸ਼ੰਸਾ ਕਰਦੇ ਨੇ। ਜਿਹੜਾ ਫਰੈਂਡ ਹੁੰਦਾ ਉਹ ਗੋਡ ਦਾ ਗਿਫਟ ਹੁੰਦਾ, ਰੱਬ ਵੱਲੋਂ ਦਿੱਤਾ ਹੋਇਆ ਗਿਫਟ ਹੁੰਦਾ। ਅਤੇ ਜਿਹੜਾ ਫਰੈਂਡ ਹੈ ਉਹ ਹਮੇਸ਼ਾ ਸਾਡੀ ਮੁਸੀਬਤ ਦੇ ਵੇਲੇ ਹਰ ਵੇਲੇ ਸਾਡੇ ਨਾਲ ਹੀ ਹੁੰਦਾ। ਅਤੇ ਉਹ ਸਾਡੇ ਮਨ ਦੇ ਵਿਚਾਰਾਂ ਨੂੰ ਪੜ੍ਹ ਸਕਦਾ। ਜਦੋਂ ਅਸੀਂ ਉਸਨੂੰ ਆਪਣੇ ਮਨ ਦੀ ਗੱਲ ਦੱਸੀਏ ਵੀ ਨਾ ਤਾਂ ਵੀ ਉਸਨੂੰ ਪਤਾ ਲੱਗ ਜਾਂਦਾ। ਅਤੇ ਜਿਹੜੀ ਸਾਡੀ ਖੁਸ਼ੀਆਂ ਦੁੱਗਣੀ ਡਬਲ ਹੋ ਜਾਂਦੀਆਂ ਨੇ, ਅਤੇ ਜਿਹੜੇ ਸਾਡੇ ਗਮ ਨੇ, ਦੁੱਖ ਨੇ, ਤਕਲੀਫਾਂ ਨੇ ਉਹ ਅੱਧੀਆਂ ਰਹਿ ਜਾਂਦੀਆਂ ਨੇ ਜਦੋਂ ਅਸੀਂ ਆਪਣੇ ਫਰੈਂਡ ਦੇ ਨਾਲ ਉਹਨਾਂ ਨੂੰ ਡਿਸਕਸ ਕਰਦੇ ਹਾਂ। ਇਸ ਤੋਂ ਬਾਅਦ Once Upon a Time is written by Gabriel Okara. In the poem, the poet criticizes the modern life. The modern man is a hypocrite. He does not show what he feels. He can laugh without being happy. His behavior is always artificial. He says goodbye when he means good riddance. The poet does not like this artificial behavior. He wishes for old simplicity. ਤੇ ਗੈਬਰੀਅਲ ਓਕਾਰਾ ਨੇ ਪੋਇਮ ਲਿਖੀ ਹੈ ਅਤੇ ਇਸ ਵਿੱਚ ਜਿਹੜੀ ਮਾਡਰਨ ਲਾਈਫ ਦੀ ਨਿੰਦਾ ਕਰਦਾ ਪੋਇਟ। ਅਤੇ ਜਿਹੜਾ ਕਹਿੰਦਾ ਪੋਇਟ ਕਿਆ ਕਹਿੰਦਾ ਕਿ ਮਾਡਰਨ ਮੈਨ ਹੈ ਉਹ ਹਿਪੋਕਰੇਟ ਆ, ਮੀਨਸ ਉਹਦੇ ਮਨ ਵਿੱਚ ਕੁਛ ਹੋਰ ਹੁੰਦਾ ਅਤੇ ਉਹ ਕਰਦਾ ਕੁਛ ਹੋਰ ਹੈ ਅਤੇ ਉਹ ਕਹਿੰਦਾ ਕੁਛ ਹੋਰ ਹੈ। ਅਤੇ ਜਿਹੜਾ ਉਹ ਸ਼ੋਅ ਨਹੀਂ ਕਰਦਾ ਮਾਡਰਨ ਮੈਨ ਕਿ ਉਹ ਕੀ ਫੀਲ ਕਰ ਰਿਹਾ। ਉਹ ਬਿਨਾਂ ਖੁਸ਼ ਹੋਏ ਵੀ ਹੱਸ ਸਕਦਾ। ਉਸਦਾ ਬਿਹੇਵੀਅਰ ਆਰਟੀਫਿਸ਼ੀਅਲ ਹੈ ਅਤੇ ਉਹ ਗੁੱਡ ਬਾਏ ਕਹਿੰਦਾ ਜਦੋਂ ਉਸਦਾ ਮਤਲਬ ਹੁੰਦਾ ਗੁੱਡ ਰਿਡੈਂਸ। ਅਤੇ ਪੋਇਟ ਨੂੰ ਇਹ ਆਰਟੀਫਿਸ਼ੀਅਲ ਜਿਹੜਾ ਬਿਹੇਵੀਅਰ ਉਹ ਪਸੰਦ ਨਹੀਂ ਅਤੇ ਉਹ ਓਲਡ ਸਿੰਪਲੀਸਿਟੀ ਦੀ ਚਾਹ ਕਰਦਾ। ਇਸ ਤੋਂ ਬਾਅਦ ਆਨਸਰ ਦਾ ਫੋਲੋਇੰਗ ਇਨ ਅਬਾਊਟ 20-30 words ਐਨੀ 3। Why did the narrator render the attendance to Hassan every time? ਵੀ ਲੇਖਕਾ ਹਸਨ ਦੀ ਅਟੈਂਡੈਂਸ ਹਮੇਸ਼ਾ ਪੂਰੀ ਕਿਉਂ ਕਰ ਦਿੰਦੀ ਸੀ? Hassan would beg for attendance in such a manner that narrator could not say no. She did not want that attendance should affect his appearance in final examination. ਕਿ ਹਸਨ ਇਸ ਤਰ੍ਹਾਂ ਅਟੈਂਡੈਂਸ ਦੀ ਮੰਗ ਕਰਦਾ ਸੀ ਵੀ ਲੇਖਕਾ ਮਨਾ ਨਹੀਂ, ਸੁਧਾ ਮੂਰਤੀ ਜੀ ਮਨਾ ਨਹੀਂ ਕਰ ਸਕਦਾ ਸੀਗਾ ਅਤੇ ਉਹ ਇਹ ਨਹੀਂ ਸੀ ਚਾਹੁੰਦੇ ਕਿ ਅਟੈਂਡੈਂਸ ਸ਼ਾਰਟੇਜ ਦੀ ਵਜ੍ਹਾ ਨਾਲ ਉਹ ਪੇਪਰ ਨਾ ਦੇ ਪਾਏ। How did Philip manage to get a clean dress? Philip को clean dress किस तरह है? His music teacher's wife Mrs. Esputa gave him a white shirt. This shirt was large and she fitted it with the help of pins. कि Mrs. Esputa music teacher ਦੀ ਵਾਈਫ ਨੇ ਉਸਨੂੰ white shirt ਦਿੱਤੀ ਅਤੇ ਉਹ ਸ਼ਰਟ ਵੱਡੀ ਸੀ ਅਤੇ ਉਹ ਪਿੰਨ ਨਾਲ ਉਸਨੂੰ ਫਿਕਸ ਕੀਤਾ ਗਿਆ। Describe the glow of pleasure that the narrator experienced. ਉਸਨੂੰ glow of pleasure ਕਦੋਂ ਮਿਲਿਆ ਸੀਗਾ? ਬੱਸ ਕੰਡਕਟਰ ਦੇ ਰਾਈਡ ਦੇ ਦੌਰਾਨ। The bus conductor behaved in a very courteous manner even though the narrator had no money to pay for the bus fare. This was a glow of pleasure that the narrator experienced. ਕਿ ਬੱਸ ਕੰਡਕਟਰ ਨੇ ਬਹੁਤ ਹੀ ਵਧੀਆ ਬਿਹੇਵ ਕੀਤਾ ਸੀਗਾ ਭਾਵੇਂ ਲੇਖਕ ਕੋਲ ਪੈਸੇ ਨਹੀਂ ਸਨ ਕਿਰਾਏ ਲਈ, ਅਤੇ ਉਸ ਨੂੰ ਇਹ ਗਲੋ ਆਫ ਪਲੈਜ਼ਰ ਤਾਂ ਮਿਲਿਆ। ਵਟ ਡੂ ਅੰਡਰਸਟੈਂਡ ਬਾਈ ਟਰਮ ਲੈਟਰਲ ਥਿੰਕਿੰਗ? ਅਤੇ ਲੈਟਰਲ ਥਿੰਕਿੰਗ ਦਾ ਕੀ ਅਰਥ ਹੈ? ਲੈਟਰਲ ਥਿੰਕਿੰਗ ਇਜ਼ ਕ੍ਰੀਏਟਿਵ ਥਿੰਕਿੰਗ। ਇਟ ਇਜ਼ ਥਿੰਕਿੰਗ ਡਿਫਰੈਂਟਲੀ ਔਰ ਡੂਇੰਗ ਸਮਥਿੰਗ ਡਿਫਰੈਂਟ, ਡੂਇੰਗ ਸਮਥਿੰਗ ਨੋਵੈਲ ਐਂਡ ਅਨਕਨਵੈਨਸ਼ਨਲ। ਨੋਵੈਲ ਦਾ ਮਤਲਬ ਹੁੰਦਾ ਨਵੀਨ। ਅਤੇ ਨੈਕਸਟ ਕੁਐਸ਼ਨ ਹੈ ਵਾਈ ਡਿਡ ਦਾ ਪੇਰੈਂਟ ਟੀਚਰ ਮੀਟਿੰਗ ਐਂਡਡ ਫਰੂਟਲੈਸਲੀ? ਅਤੇ 1 ਮਾਰਕ ਵਿੱਚ ਵੀ ਕੁਐਸ਼ਨ ਆਉਂਦਾ ਕਿ ਹਾਊ ਡਿਡ ਦਾ ਪੇਰੈਂਟ ਟੀਚਰ ਮੀਟਿੰਗ ਐਂਡਡ, ਅਤੇ ਇਸ ਵਿੱਚ ਤੁਸੀਂ ਲਿਖਣਾ ਦਾ ਪੇਰੈਂਟ ਟੀਚਰ ਮੀਟਿੰਗ ਐਂਡਡ ਫਰੂਟਲੈਸਲੀ। ਫਰੂਟਲੈਸਲੀ ਮਤਲਬ ਕਿ ਇਸਦਾ ਕੋਈ ਅਰਥ ਨਾ ਨਿਕਲਿਆ ਹੋਏ, ਕੋਈ ਸਿੱਟਾ ਨਾ ਨਿਕਲਿਆ ਹੋਏ ਇਸ ਮੀਟਿੰਗ ਦਾ। The Hassan's parents blamed each other for Hassan's irregularity in the class, so the parent teacher meeting ended fruitlessly. ਇਹ ਇੱਕ ਦੂਜੇ ਨੂੰ ਬਲੇਮ ਕਰਨ ਲੱਗ ਪਏ ਹਸਨ ਦੇ ਪੇਰੈਂਟਸ, ਅਤੇ ਇਸ ਕਰਕੇ ਜਿਹੜੀ ਪੇਰੈਂਟ ਟੀਚਰ ਮੀਟਿੰਗ ਹੈ ਉਹ ਫਰੂਟਲੈਸਲੀ ਐਂਡ ਹੋਈ। ਉਸ ਤੋਂ ਬਾਅਦ 10th ਆਨਸਰ ਐਨੀ 2 in 20-30 words. How was Hrukin's bleeding finger a flag of victory? Hrukin ਦੀ ਫਿੰਗਰ ਹੈ ਜਿਸ ਵਿੱਚੋਂ ਖੂਨ ਵਹਿ ਰਿਹਾ ਸੀਗਾ, ਅਤੇ ਫਲੈਗ ਆਫ ਵਿਕਟਰੀ ਜਿੱਤ ਦੀ ਨਿਸ਼ਾਨੀ ਹੈ, ਜਿੱਤ ਦਾ ਝੰਡਾ ਕਿਉਂ ਸੀ? Hrukin's bleeding finger was a flag of victory because he hoped to get some damages through the police. ਕਿਉਂਕਿ ਉਸਨੂੰ ਉਮੀਦ ਸੀਗੀ ਪੁਲਿਸ ਉਸਨੂੰ ਮੁਆਵਜ਼ਾ ਦਿਵਾਊਗੀ। ਨੈਕਸਟ ਕੁਐਸ਼ਨ ਹੈ ਵਟ ਇਜ਼ ਐਜੂਕੇਟਿਵ ਵੈਲਿਊ ਆਫ ਦਾ ਬਲਾਈਂਡ ਡੈਫ ਔਰ ਲੇਮ ਡੇ? ਵੀ ਇਹਨਾਂ ਦਿਨਾਂ ਦੀ ਕੀ ਅਹਿਮੀਅਤ ਹੁੰਦੀ ਹੈ? On these days, students get an idea of discomfort of handicapped persons and they develop a feeling of sympathy towards such people. ਵੀ ਸਟੂਡੈਂਟਸ ਨੂੰ ਆਈਡੀਆ ਹੋ ਜਾਂਦਾ ਵੀ ਹੈਂਡੀਕੈਪਡ ਪਰਸਨਸ ਉਹ ਕਿਸ ਤਰ੍ਹਾਂ ਫੀਲ ਕਰਦੇ ਨੇ, ਅਤੇ ਉਹਨਾਂ ਪ੍ਰਤੀ ਸਟੂਡੈਂਟਸ ਦੇ ਮਨ ਵਿੱਚ ਉਹਨਾਂ ਪ੍ਰਤੀ ਸਿੰਪਤੀ ਦਇਆ ਭਾਵਨਾ ਆਉਂਦੀ ਹੈ। ਨੈਕਸਟ ਕੁਐਸ਼ਨ ਹੈ ਵਾਈ ਡਿਡ ਰਾਮਲਾਲਸ ਵਾਈਫ ਐਗਰੀਡ ਟੂ ਸੈਲ ਭੋਲੀ ਬਟ ਨੋਟ ਹਰ ਅਦਰ ਡਾਟਰਸ ਇਨ ਦਾ ਸਕੂਲ? ਅਤੇ ਰਾਮਲਾਲ ਦੀ ਵਾਈਫ ਭੋਲੀ ਨੂੰ ਭੇਜਣ ਲਈ ਮੰਨ ਗਈ ਬਟ ਬਾਕੀ ਡਾਟਰਸ ਨੂੰ ਭੇਜਣ ਲਈ ਨਹੀਂ, ਕਿਉਂ? His answer is Ramlal's wife believed that if girls go to school, no one will marry them. But Bholi had little chance of getting married because of her ugly face and lack of sense. So Ramlal's wife agreed to send Bholi, but not her other daughters to school. ਤੇ ਰਾਮਲਾਲ ਦੀ ਵਾਈਫ ਦਾ ਇਹ ਮੰਨਣਾ ਸੀਗਾ ਕਿ ਜੇ ਕੁੜੀਆਂ ਸਕੂਲ ਗਈਆਂ ਤਾਂ ਉਹਨਾਂ ਦਾ ਵਿਆਹ ਹੀ ਨਹੀਂ ਹੋਣਾ, ਅਤੇ ਭੋਲੀ ਦਾ ਵੈਸੇ ਵਿਆਹ ਹੋਣ ਦਾ ਘੱਟ ਚਾਂਸ ਸੀ ਕਿਉਂਕਿ ਉਸਦਾ ਫੇਸ ਅਗਲੀ ਸੀ ਅਤੇ ਉਸ ਵਿੱਚ ਸਮਝ ਵੀ ਨਹੀਂ ਸੀ, ਅਤੇ ਇਸ ਕਰਕੇ ਰਾਮਲਾਲ ਦੀ ਵਾਈਫ ਹੈ ਭੋਲੀ ਨੂੰ ਸਕੂਲ ਭੇਜਣ ਲਈ ਮੰਨ ਗਈ, ਅਤੇ ਉਸਨੇ ਬਾਕੀ ਡਾਟਰਸ ਨੂੰ, ਬਾਕੀ ਕੁੜੀਆਂ ਨੂੰ ਸਕੂਲ ਨਹੀਂ ਭੇਜਿਆ। ਇਸ ਵਾਰ ਦਾ ਲੌਂਗ ਕੁਐਸ਼ਨ ਰਾਈਟ ਅ ਕਰੈਕਟਰ ਸਕੈਚ ਆਫ ਹਸਨ, ਅਤੇ ਹਸਨ ਕਰੈਕਟਰ ਸਕੈਚ ਬਹੁਤ ਇੰਪੋਰਟੈਂਟ ਹੈ ਅਤੇ ਈਜ਼ੀ ਵੀ ਹੈ।
ਤੇ Hassan was a college student. He was bright but very irregular in studies. He was hardly ever present in the class and was always short of attendance. He used to laugh at hardworking students and call them nerds. He would spend all his night listening to music and chatting with friends. When he grew up, nobody liked him in office because of his bad behavior. He finally became a salesman of a computer software. The narrator encouraged him to work hard in life and he promised to follow her advice. ਤੇ ਬਹੁਤ ਹੀ ਈਜ਼ੀ ਹੈ ਤੇ ਆਪ ਸਾਰੇ ਵਿਦਿਆਰਥੀ ਇਸ ਨੂੰ ਯਾਦ ਕਰ ਸਕਦੇ ਹੋ ਤੇ ਆਈ ਥਿੰਕ ਕਿ ਆਪ ਸਾਰਿਆਂ ਨੂੰ ਪਤਾ ਹੀ ਹੋਣਾ ਜਿਨ੍ਹਾਂ ਨੇ ਹਸਨਸ ਅਟੈਂਡੈਂਸ ਪ੍ਰੋਬਲਮ ਲੈਸਨ ਹੈ ਉਹ ਪੜ੍ਹਿਆ। ਇਸ ਤੋਂ ਬਾਅਦ ਰਾਈਟ ਅ ਥੀਮ ਆਫ ਦ ਚੈਪਟਰ ਔਨ ਸੇਇੰਗ ਪਲੀਜ਼। ਇਸ ਚੈਪਟਰ ਦੀ ਕੀ ਥੀਮ ਹੈ? ਦ ਐਸੇ ਡਿਸਕ੍ਰਾਈਬਸ ਅ ਵੈਲਿਊ ਆਫ ਗੁੱਡ ਮੈਨਰਸ। ਬੈਡ ਮੈਨਰਸ ਆਰ ਨਾਟ ਅ ਲੀਗਲ ਕ੍ਰਾਈਮ even if a person is discourteous, law will protect him against physical violence. Words like please and thank you help us in making our passage through life smooth. Evil manners are infectious. They do more harm and cause more pain than physical pain. A good mannered person finds that his work becomes easier by ready cooperation he gets from others. ਵੀ ਇਸ ਪਾਰਟ ਤੋਂ ਸਾਨੂੰ ਗੁੱਡ ਮੈਨਰਸ ਦੀ ਅਹਿਮੀਅਤ ਦਾ ਪਤਾ ਲੱਗਦਾ ਹੈ। ਜਿਹੜੇ ਬੈਡ ਮੈਨਰਸ ਨੇ ਉਹ ਕੋਈ ਕਾਨੂੰਨੀ ਜ਼ੁਲਮ ਨਹੀਂ ਹੈ, ਬਟ ਜੇ ਇੱਕ ਬੰਦਾ ਡਿਸਕਰਟੀਅਸ ਵੀ ਹੈ, ਉਸਦਾ ਬਿਹੇਵ ਵਧੀਆ ਨਹੀਂ ਹੈ, ਤਾਂ ਵੀ ਫਿਜ਼ੀਕਲ ਵਾਇਲੈਂਸ ਦੇ ਅਗੇਂਸਟ ਲਾਅਸ ਦੀ ਕਾਨੂੰਨ ਉਸਦੀ ਮਦਦ ਕਰੇਗਾ। ਅਤੇ ਜਿਹੜੇ ਵਰਡਸ ਹੁੰਦੇ ਨੇ ਜਿਵੇਂ ਪਲੀਜ਼ ਅਤੇ ਥੈਂਕ ਯੂ ਹੈ ਸਾਡਾ ਲਾਈਫ ਦਾ ਪੈਸੇਜ ਆ ਸਮੂਥ ਬਣਾ ਦਿੰਦੇ ਨੇ। ਇਵਨ ਮੈਨਰਸ ਹੁੰਦੇ ਆ, ਬੁਰੇ ਜਿਹੜੇ ਮੈਨਰਸ ਹੁੰਦੇ ਨੇ ਉਹ ਇਨਫੈਕਸ਼ੀਅਸ ਹੁੰਦੇ ਨੇ ਕਿ ਉਹ ਬਹੁਤ ਤੇਜ਼ੀ ਨਾਲ ਫੈਲਦੇ ਨੇ ਅਤੇ ਬਹੁਤ ਜ਼ਿਆਦਾ ਸਾਨੂੰ ਹਾਰਮ ਪਹੁੰਚਾਉਂਦੇ ਨੇ। ਫਿਜ਼ੀਕਲ ਪੇਨ ਤੋਂ ਵੀ ਜ਼ਿਆਦਾ ਇਹਨਾਂ ਨਾਲ ਸਾਨੂੰ ਹਾਰਮ ਹੁੰਦਾ, ਨੁਕਸਾਨ ਹੁੰਦਾ। ਅਤੇ ਜਿਹੜਾ ਗੁੱਡ ਮੈਨਰਡ ਪਰਸਨ ਉਹ ਦੇਖਦਾ ਹੈ ਕਿ ਉਸਦਾ ਜਿਹੜਾ ਕੰਮ ਹੈ ਬਹੁਤ ਹੀ ਸੌਖਾ ਹੋ ਜਾਂਦਾ ਕਿਉਂਕਿ ਹਰ ਕੋਈ ਉਸ ਨਾਲ ਕੋਆਪਰੇਟ ਕਰਦਾ। ਨੈਕਸਟ ਕੁਐਸਚਨ ਹੈ ਗਿਵ ਅ ਬਰੀਫ ਕਰੈਕਟਰ ਸਕੈਚ ਆਫ ਮਿਸ ਬੀਮ। ਅਤੇ ਮਿਸ ਬੀਮ ਦਾ ਕਰੈਕਟਰ ਸਕੈਚ ਉਹ ਲਿਖਣਾ। ਅਤੇ ਮਿਸ ਬੀਮ ਵਾਜ਼ ਅ ਮਿਡਲ ਏਜ ਅਥੋਰੀਟੇਟਿਵ kind and understanding lady. She runs a school with a purpose to instill empathy in her students. The students were not burdened with heavy academic studies. They were taught simple language and mathematical skills. Every child in her school had one blind day, one deaf day, one maimed day, and one dumb day. On these days, students get an idea of discomfort of handicapped persons and they develop a feeling of sympathy towards such people. So we can say that Miss Beam not only makes her students good citizen but also good human beings. ਤੇ ਬਹੁਤ ਈਜ਼ੀ ਹੈਗਾ ਅਤੇ ਆਈ ਡੋਂਟ ਥਿੰਕ ਕਿ ਐਕਸਪਲੇਨ ਕਰਨ ਦੀ ਨੀਡ ਵੀ ਹੈ ਕਿਉਂਕਿ ਜਿਨ੍ਹਾਂ ਨੇ ਚੈਪਟਰ ਪੜ੍ਹਿਆ ਅਤੇ ਉਹਨਾਂ ਨੂੰ ਇਹ ਬਹੁਤ ਈਜ਼ੀਲੀ ਆਉਂਦਾ ਹੈਗਾ। ਪਰ ਜੇ ਲਾਸਟ ਲਾਈਨ ਉਸਦਾ ਬਹੁਤ ਵੱਡਾ ਇੰਪੈਕਟ ਹੈ ਕਿ ਸੋ ਵੀ ਕੈਨ ਸੇ ਡੈਟ ਮਿਸ ਬੀਮ ਨਾਟ ਓਨਲੀ ਮੇਕਸ ਆਰ ਸਟੂਡੈਂਟਸ ਗੁੱਡ ਸਿਟੀਜ਼ਨ ਬਟ ਆਲਸੋ ਗੁੱਡ ਹਿਊਮਨ ਬੀਂਗਸ। ਅਤੇ ਜੇ ਪ੍ਰਸ਼ਨ ਹੈ ਤਾਂ ਇਹ ਵਾਲੀ ਲਾਈਨ ਤੁਸੀਂ ਜ਼ਰੂਰ ਲਿਖਣਾ। ਅਗਲਾ ਜਸਟੀਫਾਈ ਦਾ ਟਾਈਟਲ ਆਫ ਦਾ ਸਟੋਰੀ ਅ ਕਮੇਲੀਅਨ। ਅਤੇ ਇਸ ਦਾ ਜਿਹੜਾ ਟਾਈਟਲ ਹੈ ਇਸ ਦਾ ਸਿਰਲੇਖ ਉਸਨੂੰ ਜਸਟੀਫਾਈ ਕਰੋ। ਇਸ ਵਿੱਚ ਅਸੀਂ ਲਿਖ ਸਕਦੇ ਹਾਂ ਦ ਟਾਈਟਲ ਆਫ ਦਾ ਸਟੋਰੀ ਅ ਕਮੇਲੀਅਨ ਇਜ਼ ਕੁਆਇਟ ਐਪਰੋਪਰੀਏਟ। ਕਿ ਇਹ ਟਾਈਟਲ ਬਿਲਕੁਲ ਠੀਕ ਹੈ। ਕਮੇਲੀਅਨ ਇਜ਼ ਅ ਕ੍ਰੀਏਚਰ ਦੈਟ ਚੇਂਜਸ ਇਟਸ ਕਲਰ ਅਕੋਰਡਿੰਗ ਟੂ ਇਟਸ ਸਰਾਊਂਡਿੰਗ। ਅਤੇ ਕਮੇਲੀਅਨ ਅਜਿਹਾ ਕ੍ਰੀਏਚਰ ਹੁੰਦਾ ਜੋ ਕਿ ਸਰਾਊਂਡਿੰਗ ਦੇ ਅਕੋਰਡਿੰਗਲੀ ਆਲੇ ਦੁਆਲੇ ਦੇ ਅਕੋਰਡਿੰਗਲੀ ਜਿਹੜਾ ਆਪਣਾ ਕਲਰ ਹੈ ਉਹ ਚੇਂਜ ਕਰਦਾ। ਅਤੇ ਇਨ ਦਿਸ ਸਟੋਰੀ ਪੁਲਿਸ ਸੁਪਰੀਡੈਂਡੈਂਟ ਓਚੋ ਮੈਲੋ ਚੇਂਜਸ ਹਿਸ ਸਟਾਂਸ ਲਾਈਕ ਅ ਕਲਰ ਆਫ ਕਮੇਲੀਅਨ। ਅਤੇ ਇਸ ਕਹਾਣੀ ਵਿੱਚ ਜਿਹੜਾ ਪੁਲਿਸ ਸੁਪਰੀਡੈਂਡੈਂਟ ਹੈ ਓਚੋ ਮੈਲੋ ਉਹ ਵੀ ਆਪਣੀ ਪੋਜੀਸ਼ਨ ਹੈ ਕਲਰਸ ਆਫ ਕਮੇਲੀਅਨ ਵਾਂਗ ਚੇਂਜ ਕਰਦਾ। When Ocho Mello came to know that Rukin, a goldsmith, is bitten by a dog, he supports Rukin and announces that he would teach a lesson to the dog owner. ਜਦੋਂ ਉਸਨੂੰ ਪਤਾ ਲੱਗਦਾ ਕਿ ਰੂਕਿਨ ਨੂੰ ਜੋ ਕਿ ਇੱਕ ਸੁਨਾਰ ਹੈ ਉਸਨੂੰ ਕੁੱਤੇ ਨੇ ਵੱਢਿਆ ਤਾਂ ਉਸਦੀ ਸਪੋਰਟ ਕਰਦਾ ਅਤੇ ਕਹਿੰਦਾ ਕਿ ਉਹ ਡੌਗ ਦੇ ਓਨਰ ਨੂੰ ਸਬਕ ਸਿਖਾਊਗਾ। ਵੈਨ ਹੀ ਟੋਲਡ ਦੈਟ ਡੌਗ ਬਿਲੋਂਗਸ ਟੂ ਜਨਰਲ ਜ਼ਿਗਲੋ ਹੀ ਟੇਕਸ ਅ ਯੂ ਟਰਨ ਐਂਡ ਬਿਗਿਨਸ ਟੂ ਸਕੋਲਡ ਰੂਕਿਨ। ਅਤੇ ਜਦੋਂ ਉਸਨੂੰ ਪਤਾ ਲੱਗਦਾ ਕਿ ਜਨਰਲ ਜ਼ਿਗਲੋ ਦਾ ਡੌਗ ਹੈ ਤਾਂ ਉਹ ਯੂ ਟਰਨ ਲੈ ਲੈਂਦਾ ਅਤੇ ਰੂਕਿਨ ਨੂੰ ਹੀ ਗੁੱਸੇ ਹੋਣ ਲੱਗ ਪੈਂਦਾ। He reverts back to his initial stance when the policeman hints that dog did not belong to the general. ਅਤੇ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਜਿਹੜਾ ਡੌਗ ਹੈ ਉਹ ਜਨਰਲ ਦਾ ਨਹੀਂ ਹੈ ਤਾਂ ਫਿਰ ਉਹ ਰੂਕਿਨ ਦੀ ਸਪੋਰਟ ਕਰਦਾ। ਲੇਟਰ ਵੈਨ ਇਟ ਇਜ਼ ਕਨਫਰਮਡ that the dog belongs to general's brother Vladimir revenge, he sends the dog back to his master and speaks to Rukin in a threatening tone. ਅਤੇ ਜਦੋਂ ਉਸਨੂੰ ਪਤਾ ਲੱਗਦਾ ਕਿ ਜਨਰਲ ਦੇ ਭਰਾ ਵਲੈਡਮੀਰ ਰਿਵੈਂਚ ਦਾ ਡੌਗ ਹੈ ਅਤੇ ਉਹ ਰੂਕਿਨ ਨੂੰ ਗੁੱਸੇ ਹੁੰਦਾ ਅਤੇ ਉਸਨੂੰ ਧਮਕੀ ਭਰੀ ਆਵਾਜ਼ ਨਾਲ ਉਸ ਨਾਲ ਗੱਲ ਕਰਦਾ। He changes his stance as it suits him। ਅਤੇ ਜਿਹੜੀ ਗੱਲ ਉਸਨੂੰ ਸੂਟ ਕਰਦੀ ਉਸ ਦੇ ਅਕੋਰਡਿੰਗਲੀ ਉਹ ਆਪਣਾ ਸਟੈਂਡ ਹੈ ਉਹ ਚੇਂਜ ਕਰਦਾ। ਅਤੇ ਇਸ ਕਰਕੇ ਜਿਹੜਾ ਦਾ ਟਾਈਟਲ ਆਫ ਦਾ ਸਟੋਰੀ ਹੈ ਕਮੇਲੀਅਨ ਹੈ ਉਹ ਜਸਟੀਫਾਈਡ ਹੈ। ਅਤੇ ਇਸ ਤਰ੍ਹਾਂ ਤੁਸੀਂ ਇਸ ਦਾ ਆਨਸਰ ਲਿਖ ਸਕਦੇ ਹੋ। ਅਤੇ ਐਂਡ ਵਿੱਚ ਗੁੱਡ ਹੈਂਡ ਰਾਈਟਿੰਗ ਦੇ 5 ਨੰਬਰ ਅਤੇ ਆਪ ਸਾਰੇ ਵਿਦਿਆਰਥੀਆਂ ਨੇ ਜਿਹੜਾ ਪੇਪਰ ਹੈ ਗੁੱਡ ਹੈਂਡ ਰਾਈਟਿੰਗ ਵਿੱਚ ਲਿਖਣਾ। ਅਤੇ ਦੋਸਤੋ ਇਹ ਸੀਗਾ ਤੁਹਾਡਾ ਸੈਂਪਲ ਪੇਪਰ। ਅਤੇ ਇਸ ਟਾਈਪ ਦਾ ਤੁਹਾਡਾ ਪੇਪਰ ਹੈਗਾ ਇਹੀ ਪੈਟਰਨ ਫੋਲੋ ਕੀਤਾ ਜਾਊਗਾ। ਅਤੇ ਜਿਹੜੇ ਕੁਐਸਚਨਸ ਇਸ ਪੇਪਰ ਵਿੱਚ ਸਾਨੂੰ ਬਹੁਤ ਇੰਪੋਰਟੈਂਟ ਹਨ ਪਰ ਅਸੀਂ ਆਪਣੇ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਵਿੱਚ ਚੈਪਟਰ ਦੀ ਸਮਰੀ, ਚੈਪਟਰ ਰੀਡਿੰਗ, ਲੌਂਗ ਕੁਐਸਚਨ ਆਨਸਰ, ਸ਼ਾਰਟ ਕੁਐਸਚਨ ਆਨਸਰਸ ਦੀਆਂ ਵੀਡੀਓਜ਼ ਬਣਾਈਆਂ ਹਨ ਅਤੇ ਉਹਨਾਂ ਦੀ ਪਲੇਲਿਸਟ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਜਾਵੇਗੀ ਅਤੇ ਆਪ ਸਾਰੇ ਵਿਦਿਆਰਥੀ ਉਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ ਜੇ ਕੋਈ ਤੁਹਾਨੂੰ ਡਾਊਟ ਹੁੰਦਾ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਡੀ ਛੋਟੀ ਜਿਹੀ ਕੋਸ਼ਿਸ਼, ਸਾਡਾ ਛੋਟਾ ਜਿਹਾ ਉਪਰਾਲਾ ਆਪ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਹੋਵੇਗਾ। ਅਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਣੇ ਦੋਸਤਾਂ ਨਾਲ ਕਰੋ ਸ਼ੇਅਰ। ਹੁਣ ਦਿਓ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।